ਪਿਆਰੇ ਕਿਸਾਨ ਵੀਰੋ, ਖੇਤੀ ਤਕਨੀਕਾਂ ਦੇ ਨਾਲ ਭਰਪੂਰ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਕੇਂਦਰ ਪਟਿਆਲਾ ਤੋਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਸੇਵਾ ਦੇ ਵਿੱਚ। ਦੋਸਤੋ, ਇਹ ਪ੍ਰੋਗਰਾਮ ਹੈ ਜਿਹੜਾ ਅਣਥੱਕ ਮਿਹਨਤ ਦਾ ਨਤੀਜਾ ਹੈ। ਡਾਕਟਰ ਓਮ ਗੌਰੀ ਦੱਤ ਸ਼ਰਮਾ ਜੀ, ਡਿਪਟੀ ਡਾਇਰੈਕਟਰ ਜਨਰਲ ਦੂਰਦਰਸ਼ਨ ਕੇਂਦਰ ਜਲੰਧਰ, ਅਤੇ ਡਾਕਟਰ ਲਖਵਿੰਦਰ ਜੌਲ ਜੀ ਹੋਣਾ ਦਾ ਜਿਹੜਾ ਅਸੀਂ ਅੱਜ ਸਿੱਧਾ ਪ੍ਰੋਗਰਾਮ ਆ ਜਿਹੜਾ ਪਟਿਆਲਾ ਕੇਂਦਰ ਤੋਂ ਪਲੇਠਾ ਸਾਡਾ ਇਹ ਪ੍ਰੋਗਰਾਮ ਆ, ਪਹਿਲਾ ਪ੍ਰੋਗਰਾਮ ਤੁਹਾਡੇ ਲਈ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੇ ਵਿਸ਼ੇ ਦੀ ਜਿਹੜਾ ਆਰੰਭ ਹੈ ਉਹ ਵੀ ਅੱਜ ਅਸੀਂ ਮਾਨਯੋਗ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾਕਟਰ ਮੰਗਲ ਸਿੰਘ ਸੰਧੂ ਜੀ ਹੋਰਾਂ ਤੋਂ ਕਰਵਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਸ਼ੇ ਸੰਬੰਧੀ ਡਾਕਟਰ ਸਾਹਿਬ ਤੁਹਾਨੂੰ ਜਾਣਕਾਰੀ ਦੇਣਗੇ। ਤੁਸੀਂ ਘਰ ਬੈਠੇ ਵੀ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਸਾਡੇ ਫ਼ੋਨ ਨੰਬਰਾਂ ਦੇ ਰਾਹੀਂ। ਸਾਡੇ ਪਟਿਆਲੇ ਦੇ ਫ਼ੋਨ ਨੰਬਰ ਅੱਜ ਤੁਸੀਂ ਨੋਟ ਕਰੋ। ਪਹਿਲਾ ਫ਼ੋਨ ਨੰਬਰ ਹੈ 0175 228 0187। ਦੂਸਰਾ ਫ਼ੋਨ ਨੰਬਰ ਹੈ 0175 228 3420। ਦੋਸਤੋ, ਇਹ ਸਾਡੇ ਪਟਿਆਲੇ ਦੂਰਦਰਸ਼ਨ ਕੇਂਦਰ ਦੇ ਫ਼ੋਨ ਨੰਬਰ ਨੇ। ਤੁਸੀਂ ਸਾਡੇ ਨਾਲ ਸਿੱਧੇ ਤੌਰ 'ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਅਤੇ ਆਪਣੇ ਮਨ ਦੇ ਵਿੱਚ ਤੁਹਾਡੇ ਜਿਹੜਾ ਵੀ ਕੋਈ ਸਵਾਲ ਹੋਵੇਗਾ ਖੇਤੀਬਾੜੀ ਵਿਭਾਗ ਦੇ ਸੰਬੰਧੀ ਤੁਸੀਂ ਪੁੱਛਣਾ ਚਾਹੁੰਦੇ ਹੋ, ਸਾਡੇ ਮਾਨਯੋਗ ਡਾਕਟਰ ਮੰਗਲ ਸਿੰਘ ਸੰਧੂ ਜੀ ਤੁਹਾਨੂੰ ਉਹਦਾ ਜਵਾਬ ਦੇਣਗੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਮੰਗਲ ਸਿੰਘ ਸੰਧੂ ਜੀ, ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਜੇ ਖੇਤੀਬਾੜੀ ਵਿਭਾਗ ਦੀ। ਖੇਤੀਬਾੜੀ ਵਿਭਾਗ ਪੰਜਾਬ ਕਿਸਾਨਾਂ ਦੀ ਸੇਵਾ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਪ੍ਰਦਾਨ ਕਰ ਰਿਹਾ? ਮੇਰਾ ਖਿਆਲ ਹੈ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਸੇਵਾ ਵਿੱਚ 24 ਘੰਟੇ ਹੀ ਹਾਜ਼ਰ ਹੈ, ਕਿਉਂਕਿ ਜਿੰਨੀਆਂ ਵੀ ਯੂਨੀਵਰਸਿਟੀ ਦੀਆਂ ਨਵੀਆਂ ਖੋਜਾਂ ਨੇ, ਨਵੀਆਂ ਤਕਨੀਕਾਂ ਨੇ, ਨਵੀਂ ਖੇਤੀ ਮਸ਼ੀਨਰੀ ਹੈ, ਉਹ ਕਿਸਾਨਾਂ ਦੇ ਬੂਹੇ ਤੱਕ ਲਿਜਾਣ ਦਾ ਕੰਮ ਇਹ ਖੇਤੀਬਾੜੀ ਵਿਭਾਗ ਦਾ ਮੁੱਖ ਉਦੇਸ਼ ਹੈ। ਔਰ ਇਸ ਦੇ ਨਾਲ ਸਰਕਾਰ ਵੱਲੋਂ ਜੋ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਮੁੱਖ ਤੌਰ 'ਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਹੈ, ਕ੍ਰੌਪ ਡਿਵਰਸੀਫਿਕੇਸ਼ਨ ਪ੍ਰੋਗਰਾਮ ਹੈ, ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਹੈ, ਆਤਮਾ ਹੈ ਅਤੇ ਹੋਰ ਵੱਖ ਫਸਲਾਂ ਨਾਲ ਸੰਬੰਧਿਤ ਜਿੰਨੀਆਂ ਵੀ ਸਕੀਮਾਂ ਨੇ, ਔਰ ਉਹਦੇ ਵਿੱਚ ਜੋ ਵੀ ਸਹੂਲਤਾਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਕਿਸਾਨਾਂ ਦੇ ਬੂਹੇ ਤੱਕ ਲਿਜਾਣ ਦਾ ਕੰਮ ਜਿਹੜਾ ਇਹ ਵਿਭਾਗ ਕਰਦਾ ਹੈ। ਔਰ ਇਸ ਦੇ ਵਾਸਤੇ ਸਾਡਾ ਡਾਇਰੈਕਟੋਰੇਟ ਜਿਹੜਾ ਹੈ ਉਹਦੇ ਇਨਫਰਾਸਟਰਕਚਰ ਇਸ ਤਰ੍ਹਾਂ ਦਾ ਕਿ ਅਸੀਂ ਇਹ ਸਟੇਟ ਲੈਵਲ 'ਤੇ ਸਾਡਾ ਡਾਇਰੈਕਟਰ ਤੋਂ ਲੈ ਕੇ ਔਰ ਜ਼ਿਲ੍ਹੇ ਪੱਧਰ ਦੇ ਉਸ ਥੱਲੇ ਜੁਆਇੰਟ ਡਾਇਰੈਕਟਰ ਨੇ, ਉਸ ਤੋਂ ਬਾਅਦ ਸਾਡੇ ਮੁੱਖ ਖੇਤੀਬਾੜੀ ਅਫਸਰ ਨੇ, ਔਰ ਉਸ ਤੋਂ ਅੱਗੇ ਜਾ ਕੇ ਬਲਾਕ ਖੇਤੀਬਾੜੀ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰ ਅਤੇ ਥੱਲੇ ਉਹਨਾਂ ਦੇ ਐਗਰੀਕਲਚਰ ਸਬ ਇੰਸਪੈਕਟਰ, ਅਤੇ ਇਹ ਅਸੀਂ ਫੋਕਲ ਪੁਆਇੰਟ ਤੱਕ ਵੀ ਜਿਹੜੇ ਸਾਡੇ ਆਫਿਸਰਸ ਲੱਗੇ ਹੋਏ ਨੇ, ਜਿਹੜੇ ਹਰ ਵਕਤ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹ ਅਸੀਂ ਫਾਰਮਰਸ ਟ੍ਰੇਨਿੰਗ ਕੈਂਪ ਜਿਹੜੇ ਨੇ ਉਹ ਅਸੀਂ ਜ਼ਿਲ੍ਹਾ ਪੱਧਰ, ਬਲਾਕ ਪੱਧਰ, ਪਿੰਡ ਪੱਧਰ ਦੇ ਲਗਾ ਕੇ ਅਤੇ ਕਿਸਾਨਾਂ ਦੇ ਨਾਲ ਜਿਹੜਾ ਖੇਤੀ ਮਹਿਰਾਂ ਦੇ ਗੋਸ਼ਟੀਆਂ ਕਰਵਾ ਕੇ, ਅਤੇ ਇਹ ਜਿੰਨੀਆਂ ਸਹੂਲਤਾਂ ਨੇ ਜਾਂ ਨਵੇਂ ਪ੍ਰੋਗਰਾਮ ਨੇ, ਨਵੀਆਂ ਖੋਜਾਂ ਨੇ, ਕਿਸਾਨਾਂ ਦੇ ਬੂਹੇ ਤੱਕ ਲਿਜਾ ਕੇ ਇਹ ਇੱਕ ਸੇਵਾ ਨਿਭਾ ਰਿਹਾ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਵਧੀਆ ਤੁਸੀਂ ਦੱਸਿਆ ਕਿ ਖੇਤੀਬਾੜੀ ਵਿਭਾਗ ਦਾ ਕੰਮ ਹੈ ਜਿਹੜਾ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਮੁਹੱਈਆ ਕਰਵਾਉਣਾ ਹੈ, ਭਾਵੇਂ ਉਹ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਹੋਵੇ, ਭਾਵੇਂ ਜ਼ਿਲ੍ਹਾ ਪੱਧਰ 'ਤੇ ਲਗਾ ਕੇ ਹੋਵੇ, ਅਤੇ ਭਾਵੇਂ ਸਟੇਟ ਪੱਧਰ 'ਤੇ ਕੋਈ ਪ੍ਰੋਗਰਾਮ ਚਲਾ ਕੇ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ, ਸਕੀਮਾਂ ਵੀ ਤੁਸੀਂ ਬਹੁਤ ਦੱਸੀਆਂ ਜਿਹੜੀਆਂ ਵਿਭਾਗ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ। ਜੇ ਅਸੀਂ ਨਵੀਆਂ ਤਕਨੀਕਾਂ ਦੀ ਗੱਲ ਕਰੀਏ, ਬਲਾਕ ਲੈਵਲ ਦੇ ਕੈਂਪ ਸੀ, ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਆ ਜਿਹੜਾ ਇਹਦੇ ਲਈ ਕੀ ਉਪਰਾਲੇ ਕਰ ਰਿਹਾ ਜਿਹੜੀ ਤਕਨੀਕੀ ਜਾਣਕਾਰੀ ਹੈ ਰੂਟ ਲੈਵਲ 'ਤੇ ਕਿਸਾਨਾਂ ਤੱਕ ਪਹੁੰਚੇ? ਬਿਲਕੁਲ ਜੀ, ਜਿਸ ਤਰ੍ਹਾਂ ਮੈਂ ਇਹ ਕਿਹਾ ਕਿ ਨਵੀਆਂ ਖੋਜਾਂ, ਨਵੀਂ ਖੇਤੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣੀ ਹੁੰਦੀ ਹੈ। ਇਸ ਵਾਸਤੇ ਅਸੀਂ ਵੱਖ ਸਮੇਂ ਦੇ ਉੱਤੇ ਨਵੀਆਂ ਤਕਨੀਕਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਪ੍ਰਦਰਸ਼ਨੀਆਂ ਲਗਾ ਕੇ ਔਰ ਸੰਦਾਂ ਦੇ ਉੱਤੇ ਸਬਸਿਡੀ ਮੁਹੱਈਆ ਕਰਵਾ ਕੇ ਅਸੀਂ ਕਿਸਾਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਇਹਦੀ ਡੈਮੋਨਸਟ੍ਰੇਸ਼ਨ ਲਵਾਉਣੇ ਹੈ, ਔਰ ਉਸ ਦੀ ਬਾਕੀ ਦੇ ਕਿਸਾਨਾਂ ਨੂੰ ਵੀ ਇਕੱਠਿਆਂ ਕਰਕੇ ਇਹ ਦਿਖਾਉਣੇ ਹੈ ਕਿ ਆਹ ਜਿਹੜੀਆਂ ਨਵੀਆਂ ਕਿਸਮਾਂ ਕੱਢੀਆਂ ਗਈਆਂ ਨੇ, ਇਹਨਾਂ ਦੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ, ਵਧੇਰੇ ਝਾੜ ਦੇ ਸਕਦੀਆਂ। ਇਹ ਜਿਹੜੇ ਸੰਦ ਨੇ ਨਵੇਂ ਉਹ ਵੀ ਅਸੀਂ ਹਰ ਇੱਕ ਫਸਲ ਦੇ ਨਵੇਂ ਸੰਦ ਖੇਤੀ ਮਸ਼ੀਨਰੀ ਆ ਗਈ ਹੈ, ਜਿਸ ਦੇ ਨਾਲ ਅਸੀਂ ਆਪਣੀਆਂ ਫਸਲਾਂ ਦੀ ਬਿਜਾਈ ਕਰਾ ਕੇ
ਉਹਦੇ ਨਾਲ ਅਸੀਂ ਆਪਣੀਆਂ ਫਸਲਾਂ ਤੋਂ ਭਰਪੂਰ ਜਿਹੜਾ ਝਾੜ ਲੈ ਸਕਦੇ ਹਾਂ ਅਤੇ ਸਾਡੀ ਪੈਦਾਵਾਰ ਦੇ ਵਿੱਚ ਵਾਧਾ ਹੁੰਦਾ ਹੈ। ਔਰ ਇਹ ਜਿਹੜੀ ਹੈ ਇਹ ਸਾਰੀ ਅਸੀਂ ਆਪਣੇ ਸਟਾਫ ਦੇ ਰਾਹੀਂ ਅਸੀਂ ਕਿਸਾਨਾਂ ਦੇ ਖੇਤਾਂ ਤੱਕ ਲਿਜਾ ਕੇ ਉਹਨਾਂ ਨੂੰ ਕਰਵਾ ਰਹੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਇੱਕ ਵਿਭਾਗ ਵੱਲੋਂ ਨਾਅਰਾ ਦਿੱਤਾ ਗਿਆ ਸੀ ਪਾਣੀ ਬਚਾਓ ਪੰਜਾਬ ਬਚਾਓ। ਇਹਦੇ ਸੰਬੰਧੀ ਸਿੱਧੀ ਬਿਜਾਈ ਦੇ ਥੱਲੇ ਵੀ ਪੰਜਾਬ ਦੇ ਵਿੱਚ ਰਕਬਾ ਆਇਆ ਝੋਨੇ ਦੀ ਥੱਲੇ, ਥੋੜ੍ਹਾ ਜਿਹਾ ਇਹਦੇ ਸੰਬੰਧੀ ਵਿਸਥਾਰ ਨਾਲ ਸਾਡੇ ਕਿਸਾਨਾਂ ਨੂੰ ਦੱਸੋ ਕਿ ਇਹ ਜਿਹੜੀ ਸਿੱਧੀ ਬਿਜਾਈ ਆ ਕਿੰਨੀ ਕੁ ਕਾਮਯਾਬ ਹੋਈ ਆ। ਇਸ ਵੇਲੇ ਜਿਹੜੇ ਝੋਨੇ ਦੇ ਪਲਾਟ ਵੱਢਣ ਵਾਲੇ ਆ ਤੁਸੀਂ ਦੇਖੇ ਵੀ ਹੋਣਗੇ, ਇਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਜਿੱਦਾਂ ਅਸੀਂ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਤਹਿਤ ਜਿਹੜਾ ਸਾਡੀਆਂ ਸਾਉਣੀ ਦੀਆਂ ਫਸਲਾਂ ਨੇ, ਇਹਦੇ ਵਿੱਚ ਸਾਡੀ ਮੁੱਖ ਫਸਲ ਜਿਹੜੀ ਹੈ ਉਹ ਝੋਨਾ ਹੈ, ਜਿਹਦੇ ਥੱਲੇ ਕੋਈ ਸਾਡੇ 28 ਲੱਖ ਹੈਕਟੇਅਰ ਰਕਬਾ ਹੈ। ਇਹਦੇ ਵਿੱਚੋਂ ਅਸੀਂ 12 ਲੱਖ ਰਕਬਾ ਕੱਢ ਕੇ ਅਤੇ ਦੂਸਰੀਆਂ ਘੱਟ ਪਾਣੀ ਵਾਲੀਆਂ ਫਸਲਾਂ ਵੱਲੇ ਲੈ ਕੇ ਜਾਣਾ, ਔਰ ਇਸ ਵਾਸਤੇ ਵਿਭਾਗ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਔਰ ਇਸ ਤੋਂ ਇਲਾਵਾ ਅਸੀਂ ਪਾਣੀ ਦੀ ਬਚਤ ਵਾਸਤੇ, ਕਿਉਂਕਿ ਇਹ ਇੱਕ ਕੁਦਰਤੀ ਸਾਡੇ ਕੋਲ ਸੋਮਾ ਹੈ, ਔਰ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਵੀ ਅਸੀਂ ਜਿਹੜਾ ਹੈ ਆਪਣਾ ਆਪਾਂ ਪਹਿਲਾਂ ਲੈ ਲਈਏ ਇੱਕ ਫੋਨ ਕਾਲ। ਆਪਣੇ ਨਾਲ ਜੁੜ ਚੁੱਕੇ ਨੇ ਇੱਕ ਫੋਨ ਕਾਲਰ। ਠੀਕ ਹੈ ਜੀ। ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਿਆ ਜੀ ਤੇ ਕਿੱਥੋਂ ਬੋਲ ਰਹੇ ਹੋ? ਮੈਂ ਫਕੀਰ ਸਿੰਘ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਤਾਰੋਵਾਲੀ ਤੋਂ। ਜੀ ਫਕੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਡੇਰਾ ਬਾਬਾ ਨਾਨਕ ਤੋਂ। ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੇਰਾ ਸਵਾਲ ਇਹ ਆ ਜੀ, ਮੇਰੀ ਬੇਨਤੀ ਆ ਵੀ ਮਤਲਬ ਹਾਂਜੀ ਹਾਂਜੀ, ਜਿਹੜਾ ਵੀ ਅਸੀਂ ਕੋਈ ਕਿਤਾਬ ਮੰਗਾਉਣੀ ਹੋਵੇ ਐਗਰੀਕਲਚਰ ਯੂਨੀਵਰਸਿਟੀ ਤੋਂ ਜਾਂ ਮਤਲਬ ਜਾਂ ਵੈਟਰਨਰੀ ਯੂਨੀਵਰਸਿਟੀ ਤੋਂ, ਤੇ ਉਹ ਸਾਨੂੰ ਜਿਹੜੇ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਹੈਗੇ ਜਾਂ ਕੈਂਪ ਹੈਗੇ ਆ, ਉੱਥੇ ਕੋਈ ਬੰਦਾ ਪੈਸੇ ਜਮ੍ਹਾਂ ਕਰਾ ਦੇ ਤੇ ਉਹ ਭਾਵੇਂ ਅਗਲੇ ਮਹੀਨੇ ਹੀ ਮਿਲੇ, ਉੱਥੋਂ ਮਿਲਣੀਆਂ ਚਾਹੀਦੀਆਂ, ਬਜਾਏ ਇਹਦੇ ਵੀ ਲੁਧਿਆਣੇ ਜਾ ਕੇ ਅਸੀਂ ਪੈਸੇ ਜਮ੍ਹਾਂ ਕਰਾਈਏ ਤੇ ਉਹਦੇ ਤੋਂ ਬਾਅਦ ਮਤਲਬ ਸਾਨੂੰ ਉਹ ਕਿਤਾਬ ਕਿਹੜਾ ਬੰਦਾ ਹੁਣ ਡੇਰਾ ਬਾਬਾ ਨਾਨਕ ਤੋਂ ਲੁਧਿਆਣੇ ਇੱਕ ਕਿਤਾਬ ਵਾਸਤੇ ਜਾਊਗਾ? ਜੀ ਜੀ ਬਿਲਕੁਲ ਫਕੀਰ ਸਿੰਘ ਜੀ, ਤੁਹਾਡਾ ਸਵਾਲ ਅਸੀਂ ਸਮਝ ਗਏ ਹਾਂ। ਡਾਕਟਰ ਸਾਹਿਬ ਦੇਖੋ ਲਿਟਰੇਚਰ ਦੀ ਬਿਲਕੁਲ ਬਿਲਕੁਲ ਜੀ, ਅਸੀਂ ਜਿਹੜਾ ਤੁਹਾਡਾ ਇਹ ਸਵਾਲ ਹੈ, ਅਸੀਂ ਜਿੰਨੇ ਵੀ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਲਗਾ ਰਹੇ ਹਾਂ, ਉਹਨਾਂ ਵਿੱਚ ਯੂਨੀਵਰਸਿਟੀ ਵੱਲੋਂ ਇਹ ਹਾੜੀ ਅਤੇ ਸਾਉਣੀ ਦੇ ਫਸਲਾਂ ਦੌਰਾਨ ਜਿਹੜੇ ਸਾਡੇ ਕੈਂਪ ਲੱਗਦੇ ਨੇ, ਯੂਨੀਵਰਸਿਟੀ ਵੱਲੋਂ ਖੇਤੀ ਨਾਲ ਸੰਬੰਧਿਤ, ਬਾਗਬਾਨੀ ਨਾਲ ਸੰਬੰਧਿਤ, ਵੈਟਰਨਰੀ ਨਾਲ ਸੰਬੰਧਿਤ ਸਾਰੀਆਂ ਹੀ ਕਿਤਾਬਾਂ ਨੁਮਾਇਸ਼ ਵਿੱਚ ਲਗਾਈਆਂ ਜਾਂਦੀਆਂ ਨੇ ਔਰ ਕਿਸਾਨ ਵੀਰ ਉੱਥੋਂ ਖਰੀਦ ਸਕਦੇ ਨੇ। ਬਾਕੀ ਜਿੰਨੇ ਵੀ ਸਾਡੇ KVK ਸੈਂਟਰ ਨੇ ਉਹਨਾਂ ਦੇ ਵਿੱਚ ਵੀ ਕਿਤਾਬਾਂ ਉਪਲਬਧ ਨੇ, ਔਰ ਗੁਰਦਾਸਪੁਰ ਦੇ ਵਿੱਚ ਵੀ ਜਿਹੜੇ ਸੈਂਟਰ ਨੇ ਉੱਥੇ ਇਹ ਕਿਤਾਬਾਂ ਮਿਲ ਜਾਂਦੀਆਂ ਨੇ। ਔਰ ਮੈਂ ਯੂਨੀਵਰਸਿਟੀ ਨੂੰ ਇਸ ਬਾਰੇ ਡਾਇਰੈਕਟਰ ਐਕਸਟੈਂਸ਼ਨ ਜਿਹੜਾ ਪ੍ਰਸਾਰ ਸਿੱਖਿਆ ਦਾ ਡਾਇਰੈਕਟਰ ਆ, ਉਹਨੂੰ ਵੀ ਇਹ ਇੱਕ ਲੈਟਰ ਲਿਖ ਦਿਆਂਗਾ ਕਿ ਇਹ ਕਿਸਾਨਾਂ ਦੀ ਸਹੂਲਤ ਵਾਸਤੇ ਇਹ ਬੁੱਕਸ ਜਿਹੜੀਆਂ ਨੇ ਉੱਥੇ ਮੁਹੱਈਆ ਕਰਵਾਈਆਂ ਜਾਣ। ਔਰ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਜਿਹੜਾ ਅਸੀਂ ਫ੍ਰੀ ਆਫ ਕਾਸਟ ਮੁਫਤ ਅਸੀਂ ਖੇਤੀਬਾੜੀ ਲਿਟਰੇਚਰ ਜਿਹੜਾ ਹੈ ਉਹ ਅਸੀਂ ਕਿਸਾਨਾਂ ਨੂੰ ਵੰਡ ਰਹੇ ਹਾਂ ਜੀ। ਡਾਕਟਰ ਸਾਹਿਬ ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਅਮਰਿੰਦਰ ਸਿੰਘ ਮਾਨ ਜੀ, ਤੁਹਾਡਾ ਸਵਾਗਤ ਹੈ ਪਟਿਆਲੇ ਤੋਂ। ਹਾਂਜੀ, ਮੈਂ ਡਾਇਰੈਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਜੀ 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 ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਨਿਊਜ਼ਪੇਪਰ ਅਖਬਾਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਣਕ ਦਾ ਬੀਜ ਜਿਹੜਾ ਹੈਗਾ ਜੀ ਜੀ ਉਹ ਸਬਸਿਡੀ ਤੇ ਜਿਹੜਾ ਦਿੱਤਾ ਜਾਣਾ ਹੈ ਜੀ, ਉਹਦੇ ਬਾਰੇ ਪਹਿਲਾਂ ਫਾਰਮ ਭਰ ਕੇ ਦੇਣੇ ਨੇ, ਇਹਦੇ ਬਾਰੇ ਥੋੜਾ ਜਿਹਾ ਕਿਸਾਨਾਂ ਨੂੰ, ਸਾਨੂੰ ਸਾਰਿਆਂ ਨੂੰ ਕਲੈਰੀਫਾਈ ਕਰੋ ਵੀ ਕੀ ਪ੍ਰੋਸੀਜਰ ਅਡਾਪਟ ਕੀਤਾ ਜਾ ਰਿਹਾ ਹੈ। ਬਿਲਕੁਲ ਮਾਨ ਸਾਹਿਬ, ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਹਾਜ਼ਰੀ ਲਵਾਉਣ ਲਈ। ਡਾਕਟਰ ਸਾਹਿਬ ਕਣਕ ਦੇ ਬੀਜ ਸੰਬੰਧੀ ਵਿਸਥਾਰ ਨਾਲ ਬਿਲਕੁਲ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਸ਼ੰਕਾ ਆ ਵੀ ਮਾਨ ਸਾਹਿਬ ਦਾ ਕੁਐਸਚਨ ਬੜਾ ਢੁਕਵਾਂ ਹੈ ਔਰ ਸਮੇਂ ਦੀ ਇਹ ਲੋੜ ਹੈ ਕਿ ਅਸੀਂ ਜਿੰਨੇ ਵੀ ਕਿਸਾਨ ਵੀਰ ਨੇ, ਅਸੀਂ ਸਰਕਾਰ ਵੱਲੋਂ ਕਣਕ ਦੀਆਂ 3 ਕਿਸਮਾਂ ਨੇ, HD 29 ਸਟਾਰਟ ਹੈ, PBW 621 ਹੈ, PBW 550 ਹੈ। ਇਹ ਅਸੀਂ ਕਿਸਾਨਾਂ ਨੂੰ 1000 ਰੁਪਏ ਫੀ ਕੁਆਂਟਲ ਸਬਸਿਡੀ 'ਤੇ ਅਸੀਂ ਸਰਟੀਫਾਈਡ ਸੀਡ ਦੇਣਾ ਹੈ। ਉਹਦੇ ਵਾਸਤੇ ਅਸੀਂ ਜਿਹੜਾ ਇਸ਼ਤਿਹਾਰ ਦਿੱਤਾ ਹੈ ਉਹ ਅਸੀਂ 10 ਅਕਤੂਬਰ ਤੱਕ ਇੱਕ ਨਿਰਧਾਰਤ ਪਰਫਾਰਮਾ ਹੈ, ਉਹਦੇ ਵਿੱਚ ਉਹ ਪ੍ਰਭਾਵ ਲਿਆ ਜਾਣਾ ਹੈ। ਔਰ ਜਿਹੜੇ ਵੀ ਕਿਸਾਨ ਚਾਹਵਾਨ ਨੇ ਉਹ ਆਪਣਾ ਜਿਹੜਾ ਹੈ ਉਹ ਭਰ ਕੇ ਸਾਡੇ ਖੇਤੀਬਾੜੀ ਦਫ਼ਤਰਾਂ ਕੋਲ ਜਮ੍ਹਾਂ ਕਰਵਾ ਦੇਣ, ਅਤੇ ਉਸ ਤੋਂ ਬਾਅਦ ਜੇ ਐਪਲੀਕੇਸ਼ਨਾਂ ਜ਼ਿਆਦੀਆਂ ਹੋਈਆਂ ਤਾਂ ਲਾਟਰੀ ਸਿਸਟਮ ਔਰ ਟਰਾਂਸਪੇਰੈਂਟ ਨਾਲ ਕਿਸਾਨਾਂ ਨੂੰ ਬੀਜ ਜਿਹੜਾ ਉਹ ਦਿੱਤਾ ਜਾਏਗਾ ਜੀ। ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਹੇ ਹੋ?
ਮੈਂ ਜੀ ਮਨਜੀਤ ਸਿੰਘ ਬੋਲ ਰਿਹਾ ਜੀ। ਜੀ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਪੁੱਛਣਾ ਚਾਹੋਗੇ? ਮੈਂ ਜੀ ਕੋਈ ਖੇਤੀਬਾੜੀ ਦੇ ਵਿਭਾਗ ਬਾਰੇ ਜਾਣਕਾਰੀ ਲਈ ਗਏ ਨੇ, ਕਿਵੇਂ ਚੱਲਦਾ ਜੀ ਪ੍ਰੋਗਰਾਮ ਦਾ। ਕੋਈ ਕਿਤਾਬ ਹੋਊਗੀ ਜੀ? ਜੀ ਕੋਈ ਕਿਤਾਬ ਮਿਲ ਜੂਗੀ ਕਿਵੇਂ ਜੀ ਖੇਤੀ ਬਾਰੇ ਜਾਣਕਾਰੀ ਲੈਣੀ ਬਿਲਕੁਲ ਹੋਵੇ? ਮਨਜੀਤ ਸਿੰਘ ਜੀ, ਹੁਣੇ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਦੱਸਿਆ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਗੋਬਿੰਦਗੜ੍ਹ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਹੈ। ਡਾਕਟਰ ਸਾਹਿਬ, ਆਪਾਂ ਫਿਰ ਇੱਕ ਵਾਰੀ ਲਿਟਰੇਚਰ ਸੰਬੰਧੀ ਦੱਸ ਦਈਏ। ਬਿਲਕੁਲ ਜੀ, ਤੁਸੀਂ ਇਹ ਜਿਹੜੀਆਂ ਸਾਡੇ ਵਿਭਾਗ ਵੱਲੋਂ ਜਿੰਨੀਆਂ ਵੀ ਹਾੜੀ ਦੀਆਂ ਜਾਂ ਸੌਣੀ ਦੀਆਂ ਵੱਖ-ਵੱਖ ਫਸਲਾਂ ਬਾਰੇ ਕਿਤਾਬਚੇ ਨੇ, ਪੰਫਲੇਟ ਨੇ, ਅਸੀਂ ਆਪਣੇ ਮਹਿਕਮੇ ਰਾਹੀਂ ਕਿਸਾਨਾਂ ਨੂੰ ਮੁਫਤ ਦਿੰਦੇ ਹਾਂ। ਔਰ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਵੀ ਜਿਹੜੀਆਂ ਹਾੜੀ ਸੌਣੀ ਦੀਆਂ ਫਸਲਾਂ, ਬਾਗਬਾਨੀ ਬਾਰੇ, ਵੈਟਰਨਰੀ ਬਾਰੇ, ਫੁੱਲਾਂ ਬਾਰੇ, ਸਾਰੀਆਂ ਜਿੰਨੀਆਂ ਵੀ ਫਸਲਾਂ ਦੀ ਕਾਸ਼ਤ ਹੁੰਦੀ ਹੈ ਉਹਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਮੁੱਲ ਦਿੱਤੀਆਂ ਜਾਂਦੀਆਂ ਨੇ। ਔਰ ਇਹਦੇ ਵਾਸਤੇ ਜਿਹੜੇ ਸਾਡੇ ਨੇੜੇ KVK ਸੈਂਟਰ ਨੇ ਉਹਨਾਂ ਤੋਂ ਇਹ ਕਿਤਾਬਾਂ ਤੁਹਾਨੂੰ ਮਿਲ ਸਕਦੀਆਂ ਨੇ। ਔਰ ਤੁਸੀਂ ਉਹ ਪੜ੍ਹ ਕੇ ਤੇ ਆਪਣੀ ਖੇਤੀ ਜਿਹੜੀ ਉਹ ਸੁਚੱਜੇ ਢੰਗ ਨਾਲ ਕਰ ਸਕਦੇ ਹੋ। ਧੰਨਵਾਦ ਜੀ। ਡਾਕਟਰ ਸਾਹਿਬ, ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ, ਲੈ ਲਈ ਫੋਨ ਕਾਲ। ਹੈਲੋ 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 ਹਾਂਜੀ, ਪਵਨ ਨਾਗਪਾਲ ਜੀ, ਤੁਹਾਡਾ ਸਵਾਗਤ ਹੈ ਮਾਛੀਵਾੜੇ ਤੋਂ। ਹੈਲੋ ਹਾਂਜੀ ਹਾਂਜੀ, ਕੀ ਪੁੱਛਣਾ ਚਾਹੋਗੇ? ਸਰ ਜੀ, ਮੈਂ ਪੁੱਛਣਾ ਕਿ ਜਿਹੜੀ ਸਿੱਧੀ ਬਿਜਾਈ ਆ ਉਹਦਾ ਕਿਹੜੀ ਮਸ਼ੀਨਾਂ ਹੋਣੀਆਂ ਤੇ ਕਿੰਨਾ ਬੀਜ ਪਾਣਾ ਤੇ ਕਿੰਨਾ ਕਰਨੀ ਹੈ? ਬਿਲਕੁਲ ਪਵਨ ਨਾਗਪਾਲ ਜੀ, ਮਾਛੀਵਾੜੇ ਤੋਂ ਤੁਸੀਂ ਹਾਜ਼ਰੀ ਲਵਾਈ ਹੈ, ਤੁਹਾਡਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ, ਆਪਾਂ ਪਹਿਲਾਂ ਬਿਲਕੁਲ ਜਿਹੜਾ ਸਾਡਾ ਝੋਨੇ ਦੀ ਸਿੱਧੀ ਬਿਜਾਈ ਦਾ ਜਿਹੜਾ ਸਵਾਲ ਕਰ ਰਹੇ ਸੀ ਚੌਹਾਨ ਸਾਹਿਬ, ਵਿੱਚ ਰਹਿ ਗਿਆ ਸੀਗਾ, ਉਹਦੇ ਵਾਸਤੇ ਅਸੀਂ ਪਾਣੀ ਬਚਾਉਣ ਵਾਲੀਆਂ ਫਸਲਾਂ ਔਰ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਕਿਸਾਨਾਂ ਵਿੱਚ ਪ੍ਰਚਲਿਤ ਕਰ ਰਹੇ ਹਾਂ। ਔਰ ਉਸੇ ਲੜੀ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਜਿਹੜੀ ਅਸੀਂ ਕਰਵਾਈ ਹੈ। ਔਰ ਪੰਜਾਬ ਦੇ ਵਿੱਚ 2.87 ਲੱਖ ਏਕੜ ਦੇ ਵਿੱਚ ਇਸ ਸਾਲ ਅਸੀਂ ਰਕਬਾ ਲਿਆਂਦਾ ਹੈ। ਔਰ ਇਹਦੇ ਵਾਸਤੇ ਜਿਹੜੀਆਂ ਮਸ਼ੀਨਾਂ ਨੇ ਉਹ ਅਸੀਂ 50% ਸਬਸਿਡੀ 'ਤੇ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਨੇ। ਔਰ ਜਿੱਥੋਂ ਤੱਕ ਇਹਦੇ ਵਿੱਚ ਬੀਜ ਪਾਉਣ ਦਾ ਸਵਾਲ ਹੈ, ਉਹਦੇ ਵਿੱਚ ਜੋ 8 ਕਿਲੋ ਬੀਜ ਅਸੀਂ ਨੋਰਮਲ ਪਾਉਣੇ ਹੈ, ਉਹ ਹੀ ਇਹਦੀ ਮਾਤਰਾ ਜਿਹੜੀ ਬੀਜ ਦੀ ਪਾਈ ਜਾਣੀ ਆ। ਔਰ ਸੋਧ ਕੇ ਔਰ ਜਿਹੜੀ ਜ਼ਮੀਨ ਹੈ ਉਹਨੂੰ, ਹੁਣ ਤਾਂ ਝੋਨੇ ਦੀ ਬਿਜਾਈ ਖਤਮ ਹੋ ਚੁੱਕੀ, ਪਰ ਫਿਰ ਵੀ ਮੈਂ ਤੁਹਾਡੇ ਗਿਆਨ ਹਿੱਤ ਜਿਹੜਾ ਉਹ ਮੈਂ ਦੱਸ ਦਿੰਦਾ ਕਿ ਜਿਹੜੀ ਜ਼ਮੀਨ ਹੈ ਉਹਨੂੰ ਬਿਲਕੁਲ ਪੱਧਰਾ ਕਰਕੇ ਤੇ ਸੁੱਕੀ ਬਿਜਾਈ ਜਿਹੜੀ ਉਹ ਆਪਾਂ ਕਰ ਦੇਣੀ ਹੈ। ਉਸ ਤੋਂ ਬਾਅਦ ਹਲਕਾ ਪਾਣੀ ਲਾ ਦੇਣਾ ਹੈ। ਔਰ ਹਲਕਾ ਪਾਣੀ ਜਿਹੜਾ ਹੈ ਉਹ ਜਦੋਂ 48 ਘੰਟਿਆਂ ਦੇ ਅੰਦਰ ਅੰਦਰ ਅਸੀਂ ਉਹਦੇ 'ਤੇ ਵੀਡੀਸਾਈਡ ਦਾ ਜਿਹੜਾ ਸਪਰੇਅ ਕਰ ਦੇਣਾ ਹੈ। ਔਰ ਇਹਦੇ ਵਾਸਤੇ ਜਿਹੜੀ ਹੈਗੀ ਹੈ ਸਾਡੇ ਕੋਲ ਪੈਡੀ ਮੈਥਲਿਨ ਦਵਾਈ ਹੈ, ਉਹ ਅਸੀਂ 1 ਲੀਟਰ ਜਿਹੜੀ ਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਦੇਣੀ ਹੈ। ਔਰ ਉਹ ਜਿਹੜੀ ਹੈ ਉਹਦੇ ਨਾਲ ਕਾਫੀ ਜਿਹੜਾ ਵੀਡ ਕੰਟਰੋਲ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ 20-25 ਦਿਨਾਂ ਦੇ ਬਾਅਦ ਜੇਕਰ ਉਹਦੇ ਵਿੱਚ ਨਦੀਨ ਦਿਸਦੇ ਨੇ ਤੇ ਫਿਰ ਸਾਨੂੰ ਨੋਮਨੀ ਗੋਲਡ ਜਿਹੜੀ ਦਵਾਈ ਹੈ ਉਹ 200 ml 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ। ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਨਦੀਨਾਂ ਦੀ ਸੀ, ਇਹ ਸਾਡੇ ਕੋਲੇ ਮਾਲੀ ਕੋਲ ਵਧੀਆ ਆ ਗਏ ਨੇ। ਔਰ ਤੁਸੀਂ ਜਦੋਂ ਅਗਲੇ ਸਾਲ ਬੀਜੋਗੇ ਤੇ ਉਹ ਤੁਹਾਨੂੰ ਅਸੀਂ ਗਾਈਡੈਂਸ ਪੰਫਲੇਟ ਵੀ ਤੁਹਾਨੂੰ ਦਿਆਂਗੇ। ਔਰ ਉਹਨੂੰ ਪੜ੍ਹ ਕੇ ਔਰ ਖੇਤੀ ਮਹਿਰਾਂ ਦੀ ਸਲਾਹ ਦੇ ਨਾਲ ਹੀ ਇਹ ਤੁਸੀਂ ਜਿਹੜੀ ਇਸ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ। ਔਰ ਇਸ ਦੇ ਨਾਲ ਜਿਹੜੇ ਕਿਸਾਨ ਵੀਰ ਨੇ ਆਪਣਾ 5-6 ਹਜ਼ਾਰ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਖਰਚਾ ਬਚਾ ਸਕਦੇ ਆ। ਔਰ ਮੁਕਤਸਰ ਜ਼ਿਲ੍ਹੇ ਦੇ ਵਿੱਚ 70,000 ਏਕੜ ਜਿਹੜਾ ਰਕਬਾ ਇਸ ਵਾਰੀ ਇਸ ਝੋਨੇ ਦੀ ਸਿੱਧੀ ਬਿਜਾਈ ਥੱਲੇ ਆਇਆ ਸੀ। ਲੇਟ ਬਰਸਾਤਾਂ ਦੇ ਨਾਲ ਜਿੱਥੇ ਸਿੱਧੀ ਬਿਜਾਈ ਹੋਈ ਹੈ ਉੱਥੇ ਕੋਈ ਵੀ ਫਸਲ ਡਿੱਗੀ ਨਹੀਂ ਹੈ। ਝੋਨਾ ਜਾਂ ਬਾਸਮਤੀ ਬਿਲਕੁਲ ਠੀਕ ਹੈ। 8 ਤੋਂ 10% ਉਸ ਬਿਜਾਈ ਦੇ ਨਾਲ ਝਾੜ ਵਧਣ ਦੀ ਸੰਭਾਵਨਾ ਹੈ। ਬਿਲਕੁਲ ਡਾਕਟਰ ਸਾਹਿਬ, ਆਪਾਂ ਸਾਡੇ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਅਸੀਂ ਬਲਾਕ ਲੈਵਲ ਦੇ ਉੱਤੇ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਇਹਨਾਂ ਪਲਾਟਾਂ ਦੀਆਂ ਲਗਾਈਆਂ ਹੋਈਆਂ। ਹੁਣ ਫਲ ਪੈ ਗਿਆ, ਮਤਲਬ ਸਾਡੀ ਜਿਹੜੀ ਮਿਹਨਤ ਸੀ ਉਹ ਹੁਣ ਪੱਲੇ ਪਈ ਹੈ। ਅਤੇ ਤੁਸੀਂ ਕਿਸਾਨ ਵੀਰ ਉਹਨਾਂ ਡੈਮੋਨਸਟ੍ਰੇਸ਼ਨਾਂ ਨੂੰ, ਉਹਨਾਂ ਪ੍ਰਦਰਸ਼ਨੀਆਂ ਨੂੰ ਆਪਣੇ ਬਲਾਕ ਅਧਿਕਾਰੀਆਂ ਦੇ ਨਾਲ ਮਿਲ ਕੇ ਜ਼ਰੂਰ ਉਹਨਾਂ ਨੂੰ ਦੇਖੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹੋ ਜਿਹੀ ਪਲੈਨਿੰਗ ਕਰ ਸਕੋ ਕਿ ਅਸੀਂ ਵੱਧ ਤੋਂ ਵੱਧ ਰਕਬਾ ਜਿਹੜਾ ਉਹ ਸਿੱਧੀ ਬਿਜਾਈ ਦੇ ਹੇਠ ਲੈ ਕੇ ਆਉਣਾ। ਡਾਕਟਰ ਸਾਹਿਬ, ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ 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 ਹਾਂਜੀ ਹਾਂਜੀ ਹਾਂਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਹਾਂ, ਮੈਂ ਡਾਕਟਰ ਮੰਗਲ ਸਿੰਘ ਨੂੰ ਪੁੱਛਣਾ ਸੀਗਾ ਜੀ। ਜੀ ਜੀ ਜੀ, ਸਵਾਲ ਕਰੋ। ਹਾਂ, ਅਸੀਂ ਸਿੱਧੀ ਬਿਜਾਈ ਕੀਤੀ ਸੀ ਝੋਨੇ ਦੀ। ਹਾਂਜੀ ਹਾਂਜੀ, ਉਹ ਪੀਲਾਪਨ ਨਹੀਂ ਗਿਆ ਜੀ ਉਹਦਾ। ਜੀ ਮਿੰਟੂ ਸਿੰਘ ਜੀ ਫਤਿਹਗੜ੍ਹ ਸਾਹਿਬ ਫਤਿਹਾਬਾਦ ਤੋਂ। ਬਿਲਕੁਲ, ਜਿਹੜਾ ਤੁਹਾਡਾ ਪੀਲਾਪਨ ਹੈ, ਇੱਕ ਤੇ ਗੱਲ ਇਹ ਹੈ ਕਿ ਜਿਹੜੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਆ ਉਹ ਹਲਕੀਆਂ ਜ਼ਮੀਨਾਂ ਦੇ ਵਿੱਚ ਸਪਾਸ਼ ਨਹੀਂ ਕਰਦੇਗੇ।
ਹੋ ਸਕਦਾ ਹੈ ਕਿ ਤੁਹਾਡੀ ਜ਼ਮੀਨ ਵਿੱਚ ਕਿਸੇ ਤੱਤ ਦੀ ਘਾਟ ਹੋਵੇ, ਉੱਥੇ ਲੋਹੇ ਦੀ ਵੀ ਘਾਟ ਹੋ ਸਕਦੀ ਹੈ, ਜ਼ਿੰਕ ਦੀ ਵੀ ਘਾਟ ਹੋ ਸਕਦੀ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਹੈਗਾ ਇਹ ਕੋਈ ਸਿੱਧੀ ਬਿਜਾਈ ਵਿਧੀ ਦੇ ਨਾਲ ਕੋਈ ਪੀਲਾਪਣ ਆਉਂਦੀ ਸਾਡੇ ਸੂਬੇ ਦੇ ਅੰਦਰ ਕਿਤੇ ਵੀ ਇੱਦਾਂ ਦੀ ਨਿਸ਼ਾਨੀ ਨਹੀਂ ਆਈ। ਫਿਰ ਵੀ ਅਸੀਂ ਕਹਿੰਦੇ ਕਿ ਬੀਜ ਨੂੰ ਸੋਧ ਕੇ ਇਸ ਦੇ ਨਾਲ ਬਿਜਾਈ ਕਰਨੀ ਚਾਹੀਦੀ ਹੈ। ਔਰ ਜੇਕਰ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਲੱਗਿਆ ਹੈ ਤਾਂ ਤੁਹਾਨੂੰ ਆਪਣੇ ਨੇੜੇ ਖੇਤੀਬਾੜੀ ਮਾਹਿਰਾਂ ਤੋਂ ਇਸ ਬਾਰੇ ਆਪਣੀ ਜਾਂਚ ਕਰਵਾ ਲੈਣੀ ਚਾਹੀਦੀ ਸੀ ਵੀ ਇਹ ਕੀ ਕਾਰਨ ਹੈ ਕਿ ਜਿਹੜੀ ਤੁਹਾਡੀ ਫਸਲ ਪੀਲੀ ਪਈ ਹੈ। ਹੋ ਸਕਦਾ ਹੈ ਕਿ ਉਹਦੇ ਵਿੱਚ ਕਿਸੇ ਤੱਤ ਦੀ ਘਾਟ ਹੋਵੇ ਜਾਂ ਕਿਸੇ ਬਿਮਾਰੀ ਜਾਂ ਕਿਸੇ ਕੀੜੇ ਮਕੌੜੇ ਦਾ ਹਮਲਾ ਹੋ ਸਕਦਾ, ਕਿਉਂਕਿ ਇਸ ਮੌਕੇ ਦੇ ਉੱਤੇ ਮੈਂ ਫਿਲਹਾਲ ਕੁਛ ਨਹੀਂ ਕਹਿ ਸਕਦਾ ਜਿੰਨਾ ਚਿਰ ਅਸੀਂ ਬੂਟਿਆਂ ਦੀ ਉਹਦਾ ਐਗਜ਼ਾਮਨ ਨਾ ਬਿਲਕੁਲ। ਕਰ ਲਈਏ। ਆਪਾਂ ਡਾਕਟਰ ਸਾਹਿਬ ਇਹਨਾਂ ਨੂੰ ਇਹ ਕਿ ਬਲਾਕ ਲੈਵਲ ਤੇ ਕਿਸੇ ਵੀ ਅਧਿਕਾਰੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਦਿਖਾ ਲੈਣ ਆਪਣੀ ਫਸਲ ਤੇ ਪਤਾ ਲੱਗ ਜਾਊਗਾ ਕਿ ਕਾਹਦੀ ਘਾਟ ਆ ਤੇ ਕੀ ਅਸੀਂ ਉਹਦੇ ਤੇ ਕਰਨਾ ਆ। ਡਾਕਟਰ ਸਾਹਿਬ ਕਿਸਾਨਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ। ਦੇਖੋ ਪਹਿਲਾ ਆਪਣਾ ਪ੍ਰੋਗਰਾਮ ਹੈ ਪਟਿਆਲੇ ਤੋਂ ਤੇ ਫੋਨ ਧੜਾ ਧੜ ਸਾਨੂੰ ਕਿਸਾਨ ਵੀਰਾਂ ਦੇ ਆ ਰਹੇ ਨੇ। ਸੋ ਮੈਂ ਕਿਸਾਨ ਵੀਰੋ ਤੁਹਾਡਾ ਧੰਨਵਾਦ ਕਰਦਾ, ਤੁਸੀਂ ਸਾਡੇ ਪ੍ਰੋਗਰਾਮ ਨੂੰ ਇੰਨਾ ਚਾਹ ਕੇ ਦੇਖਦੇ ਹੋ। ਡਾਕਟਰ ਸਾਹਿਬ ਖੇਤੀ ਇਨਪੁਟਸ ਜੇ ਅਸੀਂ ਇਹਦੀ ਗੱਲ ਕਰੀਏ, ਖੇਤੀ ਦੇ ਵਿੱਚ ਜਿਹੜੀ ਸਮੱਗਰੀ ਪੈਂਦੀ ਹੈ ਉਹਨਾਂ ਦਾ ਬੰਦੋਬਸਤ ਕਿਵੇਂ ਕੀਤਾ ਜਾਂਦਾ ਹੈ? ਅਸੀਂ ਸਰਕਾਰ ਪੱਧਰ 'ਤੇ ਵਿਭਾਗ ਜਿਹੜਾ ਹੈ ਜਿੰਨੀਆਂ ਵੀ ਖੇਤੀ ਇਨਪੁਟਸ ਨੇ ਉਹਨਾਂ ਦਾ ਬੜਾ ਵਿਆਪਕ ਪ੍ਰਬੰਧ ਕਰਦੇ ਹਾਂ। ਅਸੀਂ ਆਪਣਾ ਏਰੀਆ ਸਾਰਾ ਕੁਝ ਧਿਆਨ ਵਿੱਚ ਰੱਖ ਕੇ ਕਿੰਨੀਆਂ ਖਾਦਾਂ, ਕਿੰਨੇ ਬੀਜ, ਕਿੰਨੇ ਕੀਟਨਾਸ਼ਕ ਚਾਹੀਦੇ, ਇਹਨਾਂ ਦਾ ਸਾਰਿਆਂ ਦਾ ਵਿਆਪਕ ਪ੍ਰਬੰਧ ਕਰਦੇ ਹਾਂ ਔਰ ਕੁਆਲਿਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੀ ਜੀ ਬਿਲਕੁਲ। ਕੁਆਲਿਟੀ ਦਾ ਪ੍ਰਬੰਧ ਦੇਖੋ ਕਿਸਾਨ ਵੀਰੋ ਕੀਤਾ ਜਾਂਦਾ ਆ ਤੇ ਵਿਭਾਗ ਇਹਦੇ ਲਈ ਹਰ ਵਕਤ ਸਤਰਕ ਰਹਿੰਦਾ ਆ ਕਿ ਕਿਹੜੇ ਪ੍ਰਬੰਧ ਆ ਸਾਨੂੰ ਕਿਹੜੇ ਸਮੇਂ ਤੇ ਕਰਨੇ ਆ। ਡਾਕਟਰ ਸਾਹਿਬ ਇੱਕ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ 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 ਹਾਂਜੀ, ਤੁਹਾਡਾ ਨਾਮ ਦੱਸ ਦਿਓ ਜੀ ਤੇ ਕਿੱਥੋਂ ਬੋਲਦੇ ਹੋ? ਹੈਲੋ 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 ਹਾਂਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ ਸਾਡੇ ਤੱਕ, ਤੁਸੀਂ ਆਪਣਾ ਸਵਾਲ ਕਰੋ। ਹੈਲੋ ਮੈਂ ਜੀ ਕਹੇਰੂ ਤੋਂ ਬੋਲਦਾ ਜੀ। ਜੀ ਅਮਨਦੀਪ ਸਿੰਘ ਸੋਹੀ ਬੋਲਦਾ ਜੀ। ਅਮਨਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਚੌਹਾਨ ਸਾਹਿਬ ਮੈਂ ਕੁਐਸਚਨ ਨਹੀਂ ਕਰਨਾ ਜੀ। ਹਾਂਜੀ ਸਰ, ਮੈਂ ਚੌਹਾਨ ਸਾਹਿਬ ਕੁਐਸਚਨ ਇਹ ਕਰਨਾ ਵੀ ਆਪਣਾ ਪਿਛਲੇ ਹਫ਼ਤੇ 10 ਦਿਨ ਤੋਂ ਲੋਕ ਸਪਰੇਆਂ ਕਰ ਰਹੇ ਨੇ ਜੀਰੀ ਤੇ ਜੀ, ਵੀ ਉਹਨਾਂ ਸਪਰੇਆਂ ਕਰਨ ਦਾ ਕੋਈ ਫਾਇਦਾ ਹੈਗਾ? ਅਮਨਦੀਪ ਸਿੰਘ ਜੀ ਸੰਗਰੂਰ ਤੋਂ ਤੁਸੀਂ ਯਾਦ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਦੱਸੋ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਆਪਾਂ ਦੱਸ ਦਈਏ ਕਿ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਹੋ ਆਪਣੇ ਟੀਵੀ ਸੈੱਟ ਦੀ ਆਵਾਜ਼ ਜ਼ਰੂਰ ਕਿਰਪਾ ਕਰਕੇ ਘੱਟ ਕਰ ਲਵੋ, ਕਿਉਂਕਿ ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਨਹੀਂ ਸੁਣਦੀ ਤੇ ਅਸੀਂ ਫਿਰ ਜਵਾਬ ਸਹੀ ਨਹੀਂ ਦੇ ਸਕਾਂਗੇ ਜੇ ਇਹਨਾਂ ਦੀ ਜਵਾਬ ਜਿਹੜਾ ਸਾਨੂੰ ਆਵਾਜ਼ ਨਹੀਂ ਸਹੀ ਸੁਣੂਗੀ। ਜਿਹੜਾ ਇਸ ਸਮੇਂ ਦੇ ਉੱਤੇ ਝੋਨੇ ਦੇ ਜਾਂ ਬਾਸਮਤੀ ਦੇ ਉੱਤੇ ਸਪਰੇਅ ਕਰਨੀ ਹੈ ਉਹ ਬਿਲਕੁਲ ਸਾਡੇ ਖੇਤੀ ਮਾਹਿਰਾਂ ਦੀ ਸਿਫਾਰਸ਼ ਸਲਾਹ ਅਨੁਸਾਰ ਕਰਨੀ ਹੈ। ਕਿਉਂਕਿ ਜਿੱਥੇ ਕੋਈ ਝੁਲਸ ਰੋਗ ਇਸ ਵਕਤ ਲੱਗ ਗਿਆ ਔਰ ਫਸਲ ਸਾਡੀ ਪੱਕ ਗਈ ਉੱਥੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ। ਜੇਕਰ ਕਿਤੇ ਕੋਈ ਬਲਾਸਟ ਦੀ ਕੋਈ ਹੈਗੀ ਹੈ ਗੱਲ, ਉੱਥੇ ਅਸੀਂ 200 ml ਜਿਹੜੀ ਟਿਲਡ ਦੀ ਦਵਾਈ ਜਿਹੜੀ ਅਸੀਂ ਕਰ ਸਕਦੇ ਹਾਂ, ਉਹ ਵੀ ਤੁਸੀਂ ਆਪਣੇ ਖੇਤੀਬਾੜੀ ਮਾਹਿਰਾਂ ਨੂੰ ਦਿਖਾ ਲਓ ਕਿ ਇਹ ਵਾਕਿਆ ਹੀ ਕੋਈ ਬਿਮਾਰੀ ਲੱਗੀ ਹੈ। ਇਸ ਤਰ੍ਹਾਂ ਜੇ ਆਪਾਂ ਕਿਸੇ ਦੇਖੋ ਦੇਖੀ ਕਰਾਂਗੇ ਤੇ ਅਸੀਂ ਉਹ ਬਿਲਕੁਲ ਸਿਫਾਰਿਸ਼ ਨਹੀਂ ਕਰਦੇ, ਕਿਉਂਕਿ ਜਿਹੜੀ ਵੀ ਕੋਈ ਦਵਾਈ ਹੈ ਜਾਂ ਕੋਈ ਛਿੜਕਾਅ ਕਰਨਾ ਹੈ ਉਹ ਸਿਫਾਰਿਸ਼ ਅਨੁਸਾਰ ਅਤੇ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਕਰਨਾ ਚਾਹੀਦਾ ਹੈ। ਬਿਲਕੁਲ ਕਿਸਾਨ ਵੀਰੋ, ਖੇਤੀ ਮਾਹਰਾਂ ਦੀ ਰਾਏ ਦੇ ਅਨੁਸਾਰ ਹੀ ਜੇ ਤੁਸੀਂ ਸਿਫਾਰਿਸ਼ ਕੀਤੀਆਂ ਦਵਾਈਆਂ ਛਿੜਕਾਓਗੇ ਤਾਂ ਹੀ ਤੁਸੀਂ ਵਧੀਆ ਮੁਨਾਫਾ ਲੈ ਸਕਦੇ ਹੋ, ਨਹੀਂ ਤਾਂ ਅਜਾਈ ਜਾਊਗੀ ਤੁਹਾਡੀ ਸਪਰੇ। ਜੀ ਡਾਕਟਰ ਸਾਹਿਬ ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜੇ ਨੇ। ਹੈਲੋ 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 ਹਾਂਜੀ ਹਾਂਜੀ ਹੈਲੋ ਹੈਲੋ ਹਾਂਜੀ ਬਲਰਾਜ ਸਿੰਘ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ, ਤੁਸੀਂ ਸਵਾਲ ਕਰੋ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪਿੰਡ ਜਰ ਤੋਂ ਬੋਲ ਰਿਹਾ ਜੀ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ ਜੀ, ਮੈਂ ਜੋ ਬਾਗਬਾਨੀ ਆਪਣੇ ਖੇਤੀਬਾੜੀ ਵਿਭਾਗ ਦਾ ਸਬਸਿਡੀਆਂ ਦੇ ਰਿਹਾ ਜੀ, ਉਹਦੇ ਬਾਰੇ ਪਤਾ ਕਰਨਾ ਜੀ। ਕੀ ਖੇਤੀਬਾੜੀ ਮਹਿਕਮੇ ਤੋਂ ਕੀ ਦੁਬਾਰਾ ਸਬਸਿਡੀਆਂ ਆ ਰਹੀਆਂ ਨੇ ਜੀ? ਜੀ ਜੀ ਸਪਰੇ ਪੰਪ ਦੀ ਭਰੀ ਸੀ ਬਿਲਕੁਲ ਬਿਲਕੁਲ। ਤੁਹਾਡਾ ਬਲਰਾਜ ਸਿੰਘ ਜੀ, ਤੁਸੀਂ ਲੁਧਿਆਣੇ ਤੋਂ ਸਾਨੂੰ ਯਾਦ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਅਸੀਂ ਜਿੰਨੀਆਂ ਵੀ ਖੇਤੀ ਮਸ਼ੀਨਰੀ ਦੇ ਉੱਤੇ ਸਬਸਿਡੀਆਂ ਦਿੰਦੇ ਹਾਂ ਉਹਦੇ ਅਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੰਦੇ ਹਾਂ। ਔਰ ਇਹ ਜਿਹੜੀਆਂ ਪਿਛਲੇ ਸਾਲ ਕੁਝ ਸਬਸਿਡੀਆਂ ਕਿਸਾਨਾਂ ਦੀਆਂ ਰਹਿ ਗਈਆਂ ਸੀ, ਉਹ ਇਲੈਕਸ਼ਨ ਈਅਰ ਹੋਣ ਕਰਕੇ ਉਹ ਅਸੀਂ ਸਾਡੇ ਕੋਲੇ ਫੰਡਸ ਜਿਹੜੇ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਰਿਲੀਜ਼ ਕਰ ਦਿੱਤੇ ਨੇ, ਕਿਉਂਕਿ ਪਿਛਲੇ ਸਾਲ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਫੈਸਲਾ ਕੀਤਾ ਗਿਆ ਸੀਗਾ
ਵੀ ਜਿੰਨੀਆਂ ਵੀ ਦਰਖਾਸਤਾਂ ਇਸ ਖੇਤੀ ਮਸ਼ੀਨਰੀ ਜਾਂ ਸੱਦਾਂ ਜਾਂ ਸਪਰੇਅ ਪੰਪ ਦੀਆਂ ਆਈਆਂ ਨੇ ਉਹਨਾਂ ਸਾਰਿਆਂ ਨੂੰ ਸਬਸਿਡੀ ਦਿੱਤੀ ਜਾਵੇ, ਕਿਉਂਕਿ ਹੁਣ ਫੰਡ ਮਿਲ ਗਏ ਨੇ। ਅਸੀਂ ਉਹ ਸਾਰੀਆਂ ਜਿਹੜੀਆਂ ਸਬਸਿਡੀਆਂ ਉਹ ਰਿਲੀਜ਼ ਹੋ ਗਈਆਂ ਨੇ। ਔਰ ਇਸ ਦੇ ਨਾਲ ਹੀ ਜੇ ਕੋਈ ਨਵੇਂ ਸੰਦ ਸਮਾਨ ਲੈਣਾ ਚਾਹੁੰਦਾ ਹੈ ਤਾਂ ਉਹ ਜਿਹੜਾ ਹੈ ਉਹ ਕਿਸਾਨ ਵੀਰ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਆਪਣੀਆਂ ਦਰਖਾਸਤਾਂ ਦੇ ਸਕਦੇ ਨੇ, ਤਾਂ ਜੋ ਕਿ ਜਿਹੜੀ ਉਹ ਅਸੀਂ ਨੈਕਸਟ ਜਿਹੜੇ ਸਾਡੇ ਕੋਲੇ ਫੰਡਸ ਆਉਣਗੇ ਅਸੀਂ ਸਬਸਿਡੀਆਂ ਜਿਹੜੀਆਂ ਦੇਣੀਆਂ ਨੇ ਅਸੀਂ ਉਹ ਲਾਟਰੀ ਸਿਸਟਮ ਦੇ ਉੱਤੇ ਕੱਢਾਂਗੇ। ਸੋ ਇਸ ਕਰਕੇ ਕੋਈ ਵੀ ਵੀਰ ਸਬਸਿਡੀ ਲੈਣਾ ਚਾਹੁੰਦਾ ਹੈ, ਸਾਡੇ ਕੋਲੇ 44 ਜਿਹੜੇ ਸੰਦਾਂ ਦੀਆਂ ਆਲਰੇਡੀ ਲਿਸਟ ਹੈ ਉਹ ਸਾਡੇ ਵਿਭਾਗ ਨਾਲ ਮਿਲ ਕੇ ਉਹ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ। ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਹੈਲੋ, ਹਾਂਜੀ ਹਾਂਜੀ ਨਮਸਕਾਰ ਜੀ। ਨਮਸਕਾਰ ਜੀ। ਹਾਂਜੀ ਅਸੀਂ ਡਾਕਟਰ ਸਾਹਿਬ ਤੋਂ ਸਵਾਲ ਪੁੱਛਣਾ ਚਾਹੁੰਦੇ ਹਾਂ ਜੀ। ਹਾਂਜੀ ਹਾਂਜੀ ਗੁਰਚਰਨ ਸਿੰਘ ਜੀ, ਸਵਾਲ ਪੁੱਛੋ। ਹਾਂਜੀ ਸਰ ਜੀ, ਇੱਕ ਤਾਂ ਅਸੀਂ ਕਣਕ ਦੀ ਸਿੱਧੀ ਬਿਜਾਈ ਬਾਰੇ ਪੁੱਛਣਾ ਚਾਹੁੰਦੇ ਹਾਂ ਜੀ। ਜੀ ਹਾਂਜੀ ਵੀ ਇਹ ਲਾਹੇਵੰਦ ਹੈ ਜੀ, ਅਸੀਂ ਇੱਧਰ ਆਪਣਾ ਬਿਲਕੁਲ ਜੀ। ਕਣਕ ਦੀ ਜਿਹੜੀ ਸਿੱਧੀ ਬਿਜਾਈ ਹੈ ਅਸੀਂ ਕਿਸਾਨ ਵੀਰਾਂ ਨੂੰ ਇਹੀ ਗੱਲ ਕਹਿੰਦੇ ਹਾਂ ਕਿ ਜਦੋਂ ਅਸੀਂ ਹੁਣ ਅਸੀਂ ਝੋਨੇ ਦੀ ਬਿਜਾਈ ਕਟਾਈ ਕਰਕੇ ਤੇ ਸਾਡੀ ਪਰਾਲੀ ਰਹਿ ਜਾਣੀ ਹੈ, ਜੇਕਰ ਉਹਦੇ ਵਿੱਚ ਪਰਾਲੀ ਜ਼ਿਆਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਪੈਡੀ ਸਟਰਾ ਚੌਪਰ ਸ਼ਰੈਡਰ ਦੇ ਨਾਲ ਉਹ ਜਿਹੜੀ ਤੂੜੀ ਉਸ ਦੀ ਉਹ ਵਿੱਚ ਖਿਲਾ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡੇ ਕੋਲੇ ਸਿੱਧੀ ਬਿਜਾਈ ਦੀ 0 ਟਿਲ ਮਸ਼ੀਨ ਹੈ, ਜਿਹਦੇ ਵਿੱਚ ਅਸੀਂ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਰਿਕਮੈਂਡਡ ਕਿਸਮਾਂ ਦਾ ਬੀਜ ਸਿਫਾਰਿਸ਼ ਕਰਦੇ ਹਾਂ। ਔਰ ਉੱਥੇ ਜਿਵੇਂ ਕਿ ਲਾਸਟ ਜਿਹੜਾ ਪਾਣੀ ਲਾਇਆ ਉਸ ਤੋਂ ਬਾਅਦ ਜੇ ਉਹਦੇ 'ਚ ਵੱਤਰ ਹੈਗਾ ਤਾਂ ਕੋਈ ਇੱਦਾਂ ਦੀ ਸਮੱਸਿਆ ਨਹੀਂ, ਔਰ ਕਿਸਾਨ ਵੀਰ ਬਗੈਰ ਵਹਾਈ ਤੋਂ ਜਿਹੜਾ ਉਹ ਆਪਣੀ ਜਿਹੜੀ ਬਿਜਾਈ ਕਰ ਸਕਦੇ ਆ। ਔਰ ਇਸ 'ਤੇ ਬਹੁਤ ਵਧੀਆ ਰਿਜ਼ਲਟ ਆਏ ਨੇ, ਔਰ ਇਹ ਜਿਹੜਾ ਹੈ ਵਿਧੀ ਕਿਸਾਨ ਵੀਰਾਂ ਨੂੰ ਅਪਣਾ ਲੈਣੀ ਚਾਹੀਦੀ ਹੈ। ਬਿਲਕੁਲ ਡਾਕਟਰ ਸਾਹਿਬ, ਅਸੀਂ ਇਨਪੁਟਸ ਦੀ ਕੁਆਲਿਟੀ ਦੀ ਗੱਲ ਕਰ ਰਹੇ ਸੀ। ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਸਾਡਾ ਵਿਭਾਗ ਕੀ ਕਰਦਾ? ਬਿਲਕੁਲ ਜੀ, ਅਸੀਂ ਜਿੰਨੀ ਵੀ ਖੇਤੀ ਇਨਪੁਟਸ ਹੈ, ਜੋ ਲੋੜੀਂਦੀਆਂ ਖਾਦਾਂ, ਜ਼ਹਿਰਾਂ, ਕੀਟਨਾਸ਼ਕ ਦਵਾਈਆਂ ਨੇ, ਚਾਹੇ ਉਹ ਬੀਜ ਹੈ, ਇਹਨਾਂ ਸਾਰਿਆਂ ਦਾ ਰਾਜ ਪੱਧਰ ਦੇ ਉੱਤੇ ਅਸੀਂ ਫਲਾਇੰਗ ਸਕੁਐਡ ਬਣਾਏ ਹੋਏ ਨੇ। ਔਰ ਇਸ ਦੇ ਨਾਲ ਅਸੀਂ ਡਿਸਟ੍ਰਿਕਟ ਲੈਵਲ ਦੇ ਉੱਤੇ ਵੀ ਫਲਾਇੰਗ ਸਕੁਐਡ ਬਣਾਏ ਨੇ, ਜਿਹੜੇ ਸਮੇਂ-ਸਮੇਂ 'ਤੇ ਉਹ ਆਪਣੇ ਚੈਕਿੰਗ ਕਰਦੇ ਨੇ। ਔਰ ਜਿੱਥੇ ਕੋਈ ਸ਼ੱਕ ਪੈਂਦਾ ਜਾਂ ਕਿਸੇ ਜ਼ਿਮੀਂਦਾਰ ਦੀ ਸ਼ਿਕਾਇਤ ਆਉਂਦੀ ਹੈ, ਅਸੀਂ ਉੱਥੇ ਸੈਂਪਲ ਭਰ ਕੇ ਪ੍ਰਾਇਰਟੀ ਦੇ ਉੱਤੇ ਉਹਨਾਂ ਦਾ ਟੈਸਟ ਕਰਦੇ ਹਾਂ। ਔਰ ਇੱਕ ਗੱਲ ਮੈਂ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਇਹ ਅਪੀਲ ਬੇਨਤੀ ਵੀ ਕਰਨੀ ਚਾਹਾਂਗਾ ਕਿ ਆਮ ਤੌਰ 'ਤੇ ਅੱਜ ਕੱਲ੍ਹ ਇੱਦਾਂ ਦਾ ਮੰਡੀਕਰਨ ਹੋ ਗਿਆ ਕਿ ਕਈ ਟੈਂਪੂਆਂ 'ਤੇ ਇੱਦਾਂ ਦੇ ਲੋਕ ਜਿਹੜੇ ਪਿੰਡਾਂ 'ਚ ਜਿਹੜੇ ਦਵਾਈਆਂ ਜਾਂ ਕੋਈ ਹੋਰ ਬੀ ਆਦਿ ਵੇਚਦੇ ਨੇ, ਉਹਨਾਂ ਦਾ ਸਾਨੂੰ ਸੂਚਿਤ ਕਰੋ ਤਾਂ ਜੋ ਕਿ ਉਹਨਾਂ ਨਾਲ ਠੱਗੀ ਠੋਰੀ ਨਾ ਹੋਏ ਕਿਸਾਨਾਂ ਦੇ ਨਾਲ, ਔਰ ਜੋ ਵੀ ਇਨਪੁਟ ਲੈਣਾ ਉਹਦਾ ਬਿੱਲ ਜ਼ਰੂਰ ਲੈਣ। ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਫੋਨ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ। ਹੈਲੋ 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 ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਲ ਕਰੋ ਜੀ। ਹਾਂਜੀ ਅਸੀਂ ਬੀਜ ਬਾਹਰ ਲੰਬੀ ਤੋਂ ਪੈਂਦਾ ਜੀ, ਤੇ ਕਿੱਥੋਂ ਮਿਲੇਗਾ ਜੀ? ਪਿੰਡੇ ਤੋਂ ਜਾਂ ਕਿਤੋਂ ਹੋਰ ਜੀ? ਕਾਹਦਾ ਬੀਜ ਕਹਿੰਦੇ ਹੋ ਜੀ ਤੁਸੀਂ ਜਸਵੰਤ ਸਿੰਘ ਜੀ? ਹਾਂਜੀ, ਕਿਹੜੇ ਬੀਜ ਦੀ ਗੱਲ ਕਰਦੇ ਹੋ? ਅਸੀਂ ਬਲਾਕ ਲੰਬੀ ਤੋਂ ਬੋਲ ਰਹੇ ਜੀ, ਬਲਾਕ ਲੰਬੀ ਤੋਂ ਜੀ। ਜੀ ਲੰਬੀ ਤੋਂ ਤੁਹਾਡਾ ਸਵਾਗਤ ਹੈ, ਪਰ ਤੁਸੀਂ ਸਵਾਲ ਕੀ ਕੀਤਾ ਸੀ? ਕਣਕ ਦਾ ਬੀਜ ਲੈਣਾ ਜੀ, ਲੰਬੀ ਤੋਂ ਮਿਲੇਗਾ ਜੀ? ਬਿਲਕੁਲ ਜੀ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਹੈ। ਡਾਕਟਰ ਸਾਹਿਬ, ਕਣਕ ਦੇ ਬੀਜ ਸੰਬੰਧੀ ਮੈਂ ਹੁਣੇ ਸਾਰੇ ਕਿਸਾਨ ਵੀਰਾਂ ਨੂੰ ਦੱਸਿਆ ਹੈ ਕਿ 10 ਅਕਤੂਬਰ ਤੱਕ ਸਾਰੇ ਕਿਸਾਨ ਵੀਰ ਜਿਹੜੇ ਬੀਜ ਲੈਣਾ ਚਾਹੁੰਦੇ ਹੈ, ਅਸੀਂ ਸਬਸਿਡੀ ਦੇ ਉੱਤੇ 3 ਕਿਸਮਾਂ ਜਿਹੜੀਆਂ ਨੇ HD 29 ਸਟਾਰਟ ਹੈ, PBW 621 ਹੈ, PBW 550 ਹੈ, ਉਹਦੇ ਵਾਸਤੇ ਅਸੀਂ ਸਰਕਾਰ ਵੱਲੋਂ ਇੱਕ ਨਿਰਧਾਰਤ ਪਰਫਾਰਮਾ ਕੀਤਾ। ਇੱਕ ਕਿਸਾਨ ਨੂੰ ਅਸੀਂ 2 ਕੁਆਂਟਲ ਤੱਕ ਵੱਧ ਤੋਂ ਵੱਧ ਬੀਜ ਦੇ ਸਕਦੇ ਹਾਂ। ਔਰ ਜੇਕਰ ਉਹਨਾਂ ਦੀ ਜ਼ਮੀਨ 5 ਕਿੱਲਿਆਂ ਤੋਂ ਘੱਟ ਹੈ ਤਾਂ ਉਸ ਦੀ ਮਾਲਕੀਅਤ ਜਿੰਨੇ 'ਚ ਕਣਕ ਬੀਜਣੀ ਉਸ ਹਿਸਾਬ ਨਾਲ ਬੀਜ ਦਿੱਤਾ ਜਾਏਗਾ। ਔਰ ਇਸ ਕਰਕੇ ਤੁਸੀਂ ਆਪਣੇ ਨੇੜੇ ਦੇ ਜਿਹੜੇ ਤੁਹਾਡੇ ਖੇਤੀਬਾੜੀ ਦੇ ਦਫ਼ਤਰ ਨੇ ਉਹਨਾਂ ਦੇ ਵਿੱਚ ਆਪਣੀ ਜਿਹੜੀ ਹੈ ਇਹ ਐਪਲੀਕੇਸ਼ਨ ਦੇ ਦਿਓ, ਤਾਂ ਜੋ ਕਿ ਤੁਹਾਨੂੰ ਸਮੇਂ ਸਿਰ ਬੀਜ ਇਹਦੇ ਵਿੱਚ ਵੀ ਰੋਜ਼ਮਰਾ ਮੰਡੀਆਂ ਦੇ ਭਾਅ ਦੱਸੇ ਜਾਂਦੇ ਹੈ। ਔਰ ਇਸ ਤੋਂ ਇਲਾਵਾ ਜਿਹੜਾ ਮੰਡੀਕਰਨ ਹੈ, ਕਿਉਂਕਿ ਇਹ ਹੀ ਇੱਕ ਸਾਡਾ ਅਹਿਮ ਮੁੱਦਾ ਹੈ, ਕਿਉਂਕਿ ਜਿਹੜੀਆਂ ਅਸੀਂ ਫਸਲੀ ਵਿਭਿੰਨਤਾ ਥੱਲੇ ਵੀ ਫਸਲਾਂ ਲਿਆਂਦੀਆਂ ਨੇ ਉਹਨਾਂ ਦੇ ਮੰਡੀਕਰਨ ਵਾਸਤੇ ਵੀ ਸਰਕਾਰ ਬੜੀ ਸੁਹਿਰਦ ਹੈ, ਉਹਦੇ ਬੜੀ ਚਿੰਤਤ ਆ। ਔਰ ਇਸ ਵਾਸਤੇ ਵੀ ਅਸੀਂ ਜਿਹੜਾ ਹੈ ਮੰਡੀਕਰਨ ਦਾ ਜੋ ਫਸਲਾਂ ਦੇ ਰੇਟ ਨੇ MSP ਨਿਰਧਾਰਤ ਹੈ, ਉਸ ਤੋਂ ਘੱਟ ਮੁੱਲ 'ਤੇ ਕੋਈ ਵੀ ਜਿਹੜੀ ਫਸਲ ਨਾ ਵਿਕੇ, ਇਹ ਇਨਸ਼ੋਰ ਕੀਤਾ ਜਾਂਦਾ ਹੈ। ਔਰ ਹੁਣ ਅਸੀਂ ਇੱਕ ਆਤਮਾ ਕਿਸਾਨ ਹੱਟ ਜਿਹੜੇ ਉਹ ਖੋਲ੍ਹੇ ਨੇ,
ਜਿੱਥੇ ਅਸੀਂ ਕਿਸਾਨ ਵੀਰ ਜਿਹੜੇ ਵਧੀਆ ਤਰੀਕੇ ਦੇ ਨਾਲ ਆਪਣੀ ਜੋ ਸਬਜ਼ੀਆਂ ਨੇ ਜਾਂ ਕੋਈ ਸੈਲਫ ਹੈਲਪ ਗਰੁੱਪ ਦੇ ਤਹਿਤ ਆਪਣੇ 4 ਮਰੱਬੇ ਚਟਨੀਆਂ ਨੇ, ਬੇਸਣ ਆ, ਇਹਨਾਂ ਵਾਸਤੇ ਅਸੀਂ ਪ੍ਰਮੋਟ ਕਰ ਰਹੇ ਹਾਂ, ਜਿਹਦੇ ਵਿੱਚ ਕਿਸਾਨਾਂ ਦੇ ਬੱਚੇ ਬੱਚੀਆਂ ਇਹਦੇ 'ਚ ਇਨਵੋਲਵ ਹੋ ਰਹੇ ਨੇ। ਔਰ ਉਹਦੇ 'ਚ ਕੀ ਹੈ ਕਿ ਉਹ ਕਿਸਾਨ ਵੀਰ ਸਿੱਧਾ ਹੀ ਆਪਣਾ ਕਿਸਾਨ ਆਤਮਾ ਹੱਟ 'ਤੇ ਲਿਆ ਕੇ ਆਪਣਾ ਸਮਾਨ ਜਿਹੜਾ ਕਿਲੋ ਦੀ ਪੈਕਿੰਗ ਰੱਖ ਕੇ ਉਹ ਵੇਚ ਰਹੇ ਨੇ। ਆ ਤੁਹਾਡੇ ਪਟਿਆਲੇ ਜ਼ਿਲ੍ਹੇ ਯੂਨੀਵਰਸਿਟੀ ਦੇ ਵਿੱਚ ਸਾਹਮਣੇ ਇੱਕ ਕਿਸਾਨ ਆਤਮਾ ਹੱਟ ਖੁੱਲ੍ਹਿਆ ਹੋਇਆ ਹੈ। ਅਸੀਂ ਨਾਭੇ ਜਿਹੜਾ ਹੈ ਉਹ ਪੁਲ ਦੇ ਉੱਤੇ ਵੀ ਖੋਲ੍ਹਿਆ ਹੋਇਆ। ਜਿਹੜਾ ਇੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਅਸੀਂ 4-5 ਜਿਹੜੇ ਇੱਦਾਂ ਦੇ ਆਤਮਾ ਕਿਸਾਨ ਹੱਟ ਖੋਲ੍ਹ ਰਹੇ ਨੇ। ਸਾਰੇ ਸੂਬੇ ਦੇ ਵਿੱਚ ਅਸੀਂ ਮੋਹਾਲੀ ਖੋਲ੍ਹਿਆ ਹੈ, ਰੋਪੜ 'ਚ 2 ਖੋਲ੍ਹ ਦਿੱਤੇ ਨੇ, ਹੁਸ਼ਿਆਰਪੁਰ ਖੋਲ੍ਹ ਦਿੱਤਾ। ਔਰ ਇਹ ਜਿਹੜੀ ਮੰਡੀਕਰਨ ਦਾ ਜਿਹੜਾ ਹੈਗਾ ਸਿਲਸਿਲਾ ਹੁਣ ਕਿਸਾਨਾਂ ਨੂੰ ਇਹ ਦੱਸ ਰਹੇ ਹੈ ਕਿ ਜੇ ਵਿੱਚੋਂ ਵਿਚੋਲਾ ਹਟਾ ਦਿੱਤਾ ਜਾਵੇ ਤਾਂ ਦੋਹਾਂ ਧਿਰਾਂ ਨੂੰ ਫਾਇਦਾ ਹੁੰਦਾ ਹੈ। ਇੱਕ ਤਾਂ ਪ੍ਰੋਡਿਊਸਰ ਜਿਹੜਾ ਕਾਸ਼ਤਕਾਰ ਹੈ ਉਹਨੂੰ ਚੰਗਾ ਰੇਟ ਮਿਲੇਗਾ, ਦੂਸਰਾ ਜਿਹੜਾ ਖਰੀਦਦਾਰ ਆ ਉਹਨੂੰ ਸਸਤੇ ਭਾਅ 'ਤੇ ਉਹ ਤੋਂ ਕੁਆਲਿਟੀ ਦੀ ਜਿਹੜੀ ਆ ਉਹ ਚੀਜ਼ ਮਿਲੇਗੀ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਬਜਾਏ ਇਸ ਦੇ ਕਿ ਪੈਦਾ ਕਰਕੇ ਉਹਨੂੰ ਇੱਕ ਲੰਮਸਮ ਮੰਡੀ 'ਚ ਸੁੱਟਿਆ ਜਾਵੇ, ਉਹਨੂੰ ਫੇਸ ਵਾਈਜ਼ ਰੋਜ਼ਾਨਾ ਜਿਹੜੀ ਆ ਉਹਨੂੰ ਚਾਹੀਦੀ ਹੈ ਇਨਕਮ। ਅਤੇ ਇਸ ਦੇ ਵਾਸਤੇ ਸਬਜ਼ੀਆਂ ਜਿਹੜੀਆਂ ਨੇ ਉਹਦੇ ਵਾਸਤੇ ਫਲ ਫਰੂਟ ਜੋ ਬੀਜਦੇ ਨੇ ਉਹਨਾਂ ਨੂੰ ਇੱਦਾਂ ਦਾ ਜਿਹੜਾ ਹੈ ਆਪਣਾ ਜਿਹੜਾ ਮੰਡੀਕਰਨ ਜਿਹੜਾ ਖੁਦ ਕਰਨ ਵਾਸਤੇ ਅਸੀਂ ਪ੍ਰੇਰਿਤ ਕਰ ਰਹੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਿਸਾਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ। ਜਦੋਂ ਖੇਤ ਦੇ ਵਿੱਚ ਖੜਾ ਕਿਸਾਨ ਕਿਤੇ ਫੋਨ ਕਰ ਸਕਦਾ। ਮੇਰਾ ਖਿਆਲ ਹੈ ਕਿ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਸੀਂ ਐਵੇਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ। ਕਿਸਾਨ ਵੀਰ ਕਈ ਵਾਰੀ ਦੁਕਾਨਦਾਰ ਦੇ ਆਖੇ ਗਲਤ ਛਿੜਕਾਅ ਕਰ ਲੈਂਦਾ, ਉਹਨਾਂ ਨੇ ਦਵਾਈ ਵੇਚਣੀ ਹੁੰਦੀ ਹੈ, ਉਹਨਾਂ ਦਾ ਆਪਣਾ ਮਕਸਦ ਹੁੰਦਾ ਹੈ ਉਹਦੇ। ਇਸ ਕਰਕੇ ਜੋ ਵੀ ਕਿਸਾਨ ਵੀਰ ਜੋ ਰੋਜ਼ਮर्रा ਦੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਦੇ ਵਾਸਤੇ ਜਾਂ ਉਹਨੂੰ ਕੋਈ ਸਮੱਸਿਆ ਹੈ ਉਹਦੇ ਵਾਸਤੇ ਅਸੀਂ ਕਿਸਾਨ ਕਾਲ ਸੈਂਟਰ ਸਾਡਾ ਹੈ ਉਹ ਅਸੀਂ ਫ੍ਰੀ ਜਿਹੜਾ ਹੈਗਾ ਉਹਦਾ ਕੋਈ ਪੈਸਾ ਨਹੀਂ ਲੱਗਦਾ, ਟੋਲ ਫ੍ਰੀ ਨੰਬਰ ਮੈਂ ਤੁਹਾਨੂੰ ਦੱਸਦਾ। ਉਹ ਕਿਸਾਨ ਵੀਰ ਉੱਥੇ ਸਾਡੇ ਖੇਤੀ ਮਹਿਰਾ ਨਾਲ ਆਪਣੀ ਸਮੱਸਿਆ ਦੱਸ ਕੇ ਤੇ ਹੱਲ ਲੱਭ ਸਕਦਾ ਹੈ। ਟੋਲ ਫ੍ਰੀ ਨੰਬਰ ਨੋਟ ਕਰ ਲੈਣ ਕਿਸਾਨ ਵੀਰ, 1552 ਜਿਹੜਾ ਨੰਬਰ ਹੈ ਇਹ ਲੈਂਡਲਾਈਨ ਤੋਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜੇਕਰ ਕਿਸੇ ਮੋਬਾਈਲ ਫੋਨ ਤੋਂ ਕਰਨਾ ਤੇ 1800 180 1552 ਦੇ ਉੱਤੇ ਸੰਪਰਕ ਕਰਕੇ ਕਿਸਾਨ ਵੀਰ ਆਪਣੀ ਸਮੱਸਿਆ ਦਾ ਹੱਲ ਲੱਭ ਸਕਦੇ। ਇਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਡੀਆਂ ਲਾਈਨਾਂ ਖੁੱਲ੍ਹੀਆਂ ਹੁੰਦੀਆਂ ਨੇ। ਉੱਥੇ ਇਹ ਜ਼ਰੂਰੀ ਨਹੀਂ, ਖੇਤੀਬਾੜੀ ਤੋਂ ਇਲਾਵਾ ਸਾਡੇ ਬਾਗਬਾਨੀ, ਡੇਅਰੀ, ਪਸ਼ੂ ਪਾਲਣ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਕਿਸਾਨ ਵੀਰ ਜਿਹੜਾ ਹੈ ਉਹ ਆਪਣੀ ਸਮੱਸਿਆ ਦਾ ਹੱਲ ਲੱਭ ਸਕਦੇ ਆ। ਔਰ ਇਸ ਤੋਂ ਇਲਾਵਾ ਕਿਸਾਨ ਵੀਰ ਆਪਣੇ ਨੇੜੇ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਵੀ ਕੋਈ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਰਾਏ ਲੈ ਕੇ ਉਹ ਆਪਣਾ ਜਿਹੜਾ ਹੈ ਖੇਤੀ ਦੇ ਵਿੱਚ ਆਪਣੀ ਸਮੱਸਿਆ ਦੇ ਕਾਬੂ ਪਾਉਣ। ਬਿਲਕੁਲ ਡਾਕਟਰ ਸਾਹਿਬ, 1552 ਸਾਡੇ ਕਿਸਾਨ ਵੀਰ ਪਹਿਲਾਂ ਵੀ ਡਾਇਲ ਕਰਦੇ ਆ ਰਹੇ ਆ ਅਤੇ ਹੁਣ ਵੀ ਉਹਨਾਂ ਦੀ ਸਮੱਸਿਆ ਜਿਹੜੀ ਕੋਈ ਖੇਤ ਦੇ ਵਿੱਚ ਖੜ੍ਹ ਕੇ ਉਹ ਆਪਣੀ ਸਮੱਸਿਆ ਦਾ ਹੱਲ ਇਸ ਫੋਨ ਦੇ ਉੱਤੋਂ ਲੈ ਸਕਦੇ। ਇਸ ਤੋਂ ਇਲਾਵਾ ਮੈਂ ਚੌਹਾਨ ਸਾਹਿਬ ਹੋਰ ਦੱਸਣਾ ਚਾਹਾਂਗਾ ਕਿ ਇਹਦੇ ਇਫਕੋ ਵਾਲੇ ਆ ਉਹਨਾਂ ਨੇ ਵੀ ਇੱਕ ਉਹ ਫ੍ਰੀ ਦੇ ਰਹੇ ਆ ਨੰਬਰ, ਉਹ ਵੀ ਤੁਹਾਨੂੰ ਇਹ ਮੁਹੱਈਆ ਕਰਵਾ ਰਹੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਸੇਵਾ ਦੇ ਵਿੱਚ ਦਿੱਤੀ ਹੈ। ਇਹਦੇ ਸੰਬੰਧੀ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।